बिस्मिल्लाहिर्रहमानिर्रहीम। पाकिस्तान ने दहशतगर्दी, बदअमनी और गैर मुल्की जिहड़ी सरमायाकारी वास्ते खतरात ने, उन्हां नाल निबड़न वास्ते एक अहम फैसला कीता है। फैसला ये होया कि नेशनल एक्शन प्लान दी जिहड़ी एपेक्स कमेटी है, उन्हें मंजूरी दित्ती कि जनाब एक नवां सिक्योरिटी ऑपरेशन शुरू किया जाए। असी पहले रद्दुल फसाद, ज़रब अज़्ब इस तरह के ऑपरेशन देखे ने। ये नवा ऑपरेशन जिहड़ा है उनका नाम रखा गया है अज़्म इस्तेहकाम, यानी स्टेबिलिटी लियाउण दा जिहड़ा तुहाडी कमिटमेंट है वो वाली। तो ये ऑपरेशन जिहड़ा है ये बुनियादी तौर ते क्यों ये ख्याल आया और इहदे मकासद की ने, किहड़े इलाकिਆਂ ਦੇ ਵਿੱਚ होवेगा और इहदे ते अखराजात की आ सकते हैं, बैनुल अक़वामी सतह ते की मसाइल पैदा हो सकते हैं, इन्हां सारियां चीज़ां दे असी थोड़ी थोड़ी वेरवा करते जावांगे। ਤੇ ਜਨਾਬ ਤੁਹਾਨੂੰ ਸ਼ੁਰੂ ਤੋਂ ਦੱਸਦੇ ਹਾਂ ਜ਼ਰਾ ਕਿ ਮਸਲਾ ਇਹ ਵੇ ਕਿ 2014 ਦਸੰਬਰ ਦੇ ਵਿੱਚ ਜਦੋਂ ਪਸ਼ਾਵਰ ਦੇ ਵਿੱਚ ਏਪੀਐਸ ਸਕੂਲ ਦਾ ਵਾਕਿਆ ਹੋਇਆ, ਤੁਹਾਨੂੰ ਯਾਦ ਹੋਏਗਾ। ਮੁਸਲਿਮ ਲੀਗ ਨੂਨ ਦੀ ਹਕੂਮਤ ਸੀ, ਮੀਆਂ ਨਵਾਜ਼ ਸ਼ਰੀਫ ਵਜ਼ੀਰ ਆਜ਼ਮ ਸਨ ਤੇ ਉਦੋਂ ਜਨਾਬ ਇਹ ਨੈਸ਼ਨਲ ਐਕਸ਼ਨ ਪਲਾਨ ਜਿਹੜਾ ਸੀ ਇਹ ਮਨਜ਼ੂਰ ਹੋਇਆ ਔਰ ਉਸ ਪਲਾਨ ਦੇ ਕਈ ਹਿੱਸੇ ਸਨ ਜਿਹੜੇ ਮੁਸਲਿਮ ਲੀਗੀ ਹਕੂਮਤ ਤੇ ਵੀ ਕਈਆਂ ਤੇ ਅਮਲ ਨਾ ਕੀਤਾ। ਬਾਅਦ ਦੇ ਵਿੱਚ ਜਦੋਂ ਤਹਿਰੀਕੇ ਇਨਸਾਫ ਦੀ ਹਕੂਮਤ ਆਈ ਤੇ ਉਹਨਾਂ ਨੇ ਵੀ ਬਹੁਤ ਸਾਰੇ ਹਿੱਸਿਆਂ ਦੇ ਉੱਤੇ ਅਮਲ ਨਾ ਕੀਤਾ ਤੇ ਉਹ ਜਿਹੜੀਆਂ ਚੀਜ਼ਾਂ ਛੱਡੀਆਂ ਹੋਈਆਂ ਸਨ, ਜ਼ਾਹਿਰ ਹੈ ਉਹ ਜਮ੍ਹਾਂ ਹੁੰਦੀਆਂ ਗਈਆਂ ਔਰ ਉਹਦੇ ਨਾਲ ਜਿਹੜੇ ਥ੍ਰੈਟਸ ਛੋਟੇ ਸਨ ਉਹ ਵਕਤ ਦੇ ਗੁਜ਼ਰਨ ਦੇ ਨਾਲ ਵੱਡੇ ਹੁੰਦੇ ਗਏ। ਫਿਰ ਇਹਦੇ ਵਿੱਚ ਇੱਕ ਹੋਰ ਗੱਲ ਇਹ ਦੱਸੀ ਜਾਂਦੀ ਹੈ, ਮੌਜੂਦਾ ਹਕੂਮਤ ਦੱਸਦੀ ਕਿ ਪੀਟੀਆਈ ਗਵਰਨਮੈਂਟ ਨੇ ਜਿਹੜਾ ਟੀਟੀਪੀ ਦੇ ਨਾਲ ਇੱਕ ਮੁਆਹਿਦਾ ਕੀਤਾ ਔਰ ਜੰਗਬੰਦੀ ਦਾ, ਉਹਨਾਂ ਦਾ ਖਿਆਲ ਹੈ ਕਿ ਇਸ ਨੇ ਮੋਹਲਤ ਦਿੱਤੀ। ਟੀਟੀਪੀ ਦੁਬਾਰਾ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਹੈ ਉਹ ਦੁਬਾਰਾ ਪਾਕਿਸਤਾਨੀ ਇਲਾਕਿਆਂ ਦੇ ਵਿੱਚ ਆਏ ਲੋਕ ਵਾਪਸ ਉਹਨਾਂ ਨੂੰ ਅਮਨ ਦੀ ਔਰ ਚੂੰਕਿ ਸਜ਼ਾਵਾਂ ਵਗੈਰਾ ਤੋਂ ਪਕੜ ਦਕੜ ਤੋਂ ਖਤਰਾ ਨਹੀਂ ਸੀ ਹੈਗਾ, ਗਵਰਨਮੈਂਟ ਦੇ ਨਾਲ ਮੁਆਹਿਦਾ ਸੀ ਤੇ ਉਹਨਾਂ ਨੇ ਪੁਰਅਮਨ ਰਹਿਣ ਦੇ ਜ਼ਮਾਨਤ ਦੇ ਉੱਤੇ ਇੱਥੇ ਆ ਕੇ ਜਦੋਂ ਟਿਕਾਣੇ ਆਪਣੇ ਬਣਾਏ ਤੇ ਆਪਣੇ ਆਪ ਨੂੰ ਇੱਕ ਦਫਾ ਫਿਰ ਮਜ਼ਬੂਤ ਕੀਤਾ ਤਾਂ ਦੁਬਾਰਾ ਉਹ ਇਸੇ ਰਾਹ ਤੇ ਟੁਰ ਪਏ। ਤੇ ਫਿਰ ਅਸੀਂ ਵੇਖਿਆ ਕਿ ਮੁਲਕ ਦੇ ਵਿੱਚ ਦੁਬਾਰਾ ਤੋਂ ਕਾਰਵਾਈਆਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਗਈਆਂ ਪੁਰਤਸ਼ੱਦਦ ਔਰ ਦਹਿਸ਼ਤਗਰਦੀ ਦੀਆਂ। ਇਹ ਕਾਰਵਾਈਆਂ ਸਾਡੇ ਵਾਸਤੇ ਜ਼ਿਆਦਾ ਪਰੇਸ਼ਾਨੀ ਦਾ ਬਾਇਸ ਉਦੋਂ ਬਣੀਆਂ, ਅਗਰਚੇ ਪਾਕਿਸਤਾਨ ਦੇ ਸ਼ਹਿਰੀ ਦਾ ਮਰਨਾ ਜਿਹੜਾ ਹੈ ਉਹ ਵੀ ਬੜਾ ਤਸ਼ਵੀਸ਼ਨਾਕ ਹੈ, ਲੇਕਿਨ ਜ਼ਿਆਦਾ ਇਹਦੀ ਤਸ਼ਵੀਸ਼ ਦਾ ਇਜ਼ਹਾਰ ਉਦੋਂ ਹੋਇਆ ਪਾਕਿਸਤਾਨੀ ਰਿਆਸਤ ਵੱਲੋਂ ਜਦੋਂ ਇਹਦੇ ਵਿੱਚ ਸਾਡੇ ਦੋਸਤ ਮੁਲਕ ਚੀਨ ਦੇ ਜਿਹੜੇ ਟੈਕਨੀਸ਼ੀਅਨਸ ਔਰ ਇੰਜੀਨੀਅਰ ਸਨ ਉਹ ਮਾਰੇ ਜਾਣ ਲੱਗੇ। ਇਹ ਡੈਮਾਂ ਦੇ ਉੱਤੇ ਕੰਮ ਕਰਨ ਡਏ ਨੇ, ਐਨਰਜੀ ਦੇ ਪ੍ਰੋਜੈਕਟਸ ਦੇ ਉੱਤੇ ਕੰਮ ਕਰਨ ਡਏ ਨੇ ਔਰ ਉਸ ਤੋਂ ਬਾਅਦ ਪਾਕਿਸਤਾਨ ਦੀ ਮਈਸ਼ਤ ਨੂੰ ਬਿਹਤਰ ਕਰਨ ਵਾਸਤੇ ਸਾਡੇ ਨਾਲ ਉਹ ਜਿਹੜਾ ਤਾਵਨ ਕਰਦੇ ਪਏ ਨੇ, ਉਹ ਲੋਕ ਇੱਥੇ ਸਾਡੇ ਮਹਿਮਾਨ ਨੇ, ਸਾਡੀ ਮਦਦ ਕਰ ਰਹੇ ਨੇ। ਤੇ ਟੀਟੀਪੀ ਕੀ ਕਰਦੀ ਹੈ, ਉਹਨਾਂ ਦੇ ਉੱਤੇ ਹਮਲਾ ਕਰਦੀ ਔਰ ਉਸ ਹਮਲੇ ਦੇ ਵਿੱਚ ਜਦੋਂ ਮੁਸਲਸਲ ਚੀਨੀ ਹਲਾਕਤਾਂ ਹੋਈਆਂ ਤੇ ਫਿਰ ਚੀਨੀ ਗਵਰਨਮੈਂਟ ਨੇ ਵੀ ਸਿਗਨਲਸ ਦੇਣੇ ਸ਼ੁਰੂ ਕੀਤੇ ਕਿ ਜਨਾਬ ਅਗਰ ਤੁਸੀਂ ਚਾਹੁੰਦੇ ਜੇ ਕਿ ਸਾਡੀ ਇਨਵੈਸਟਮੈਂਟ ਇੱਥੇ ਹੋਵੇ, ਅਸੀਂ ਇੱਥੇ ਪ੍ਰੋਜੈਕਟ ਕਰੀਏ ਤੇ ਫਿਰ ਮਾਹੌਲ ਨੂੰ ਸਾਡੇ ਸ਼ਹਿਰੀਆਂ ਵਾਸਤੇ ਮਹਿਫੂਜ਼ ਬਣਾਓ। ਇਹ ਮੁਤਾਲਬਾ ਪਿਛਲੇ ਦਿਨਾਂ ਵਿੱਚ ਉਸ ਵਕਤ ਜ਼ਿਆਦਾ ਸ਼ਿੱਦਤ ਦੇ ਨਾਲ ਸਾਹਮਣੇ ਆਇਆ ਜਦੋਂ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਚੀਨ ਗਏ। 5 ਦਿਨ ਦਾ ਉਹਨਾਂ ਦਾ ਦੌਰਾ ਸੀ। ਮੈਂ ਆਪਣੇ ਵਲੌਗ ਦੇ ਵਿੱਚ ਉਦੋਂ ਇਹ ਗੱਲ ਵੀ ਕੀਤੀ, ਲੇਕਿਨ ਸੰਜੀਦਾ ਗੱਲਾਂ ਨੂੰ ਸਾਡੇ ਹਾਂ ਚੂੰਕਿ ਬਹੁਤ ਜ਼ਿਆਦਾ ਲੋਕ ਤਵੱਜੋ ਨਾਲ ਨਹੀਂ ਸੁਣਦੇ, ਲੇਕਿਨ ਮੈਂ ਕੋਸ਼ਿਸ਼ ਕਰਨਾ ਵਾ ਕਿ ਉਹਦੇ ਬਾਵਜੂਦ ਮੈਂ ਗੱਲ ਕਰਦੇ ਰਵਾਂ। ਤੇ ਉਦੋਂ ਜਦੋਂ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਉੱਥੇ ਗਏ ਤੇ ਚੀਨੀ ਕਿਆਦਤ ਨੇ ਉਹਨਾਂ ਨੂੰ ਮੁਤਾਲਬਾ ਇਹ ਕੀਤਾ ਕਿ ਤੁਸੀਂ ਸਾਡੇ ਸ਼ਹਿਰੀਆਂ ਵਾਸਤੇ ਜਿਹੜਾ ਖਤਰਾਤ ਬਣੇ ਹੋਏ ਨੇ ਅਨਾਸਰ, ਉਹਨਾਂ ਦੇ ਖਿਲਾਫ ਆਪਰੇਸ਼ਨ ਕਰੋ। ਇਹ ਜਿਹੜਾ ਆਪਰੇਸ਼ਨ ਦੱਸਿਆ ਜਾ ਰਿਹਾ ਇਹਦੇ ਤੋਂ 1-2 ਦਿਨ ਪਹਿਲੇ ਚੀਨ ਦੇ ਇੱਕ ਅਹਿਮ ਵਜ਼ੀਰ ਇੱਥੇ ਪਾਕਿਸਤਾਨ ਤਸ਼ਰੀਫ ਲਿਆਏ ਔਰ ਉਹਨਾਂ ਨੇ ਵੀ ਸਿਕਿਉਰਿਟੀ ਦੇ ਜਿਹੜੇ ਮਾਮਲਾਤ ਨੇ ਇਹਦੇ ਉੱਤੇ ਸਵਾਲ ਚੁੱਕਿਆ ਔਰ ਫਿਰ ਗਵਰਨਮੈਂਟ ਨੇ ਇਹ ਜਿਹੜਾ ਅਪੈਕਸ ਕਮੇਟੀ ਦਾ ਇਜਲਾਸ ਬੁਲਾਇਆ ਔਰ ਉਸ ਇਜਲਾਸ ਦੇ ਵਿੱਚ ਵਜ਼ੀਰ ਆਜ਼ਮ ਖੁਦ ਸਨ, ਅਹਿਮ ਵਜ਼ਰਾ ਸ਼ਾਮਿਲ ਸਨ, ਚਾਰੇ ਸੂਬਿਆਂ ਦੇ ਵਜ਼ੀਰ ਆਲਾ ਔਰ ਫਿਰ ਕੇਪੀ ਜਿਹੜੇ ਹੈਗੇ ਨੇ ਕਸ਼ਮੀਰ ਦੇ ਕਿਆਦਤ ਔਰ ਗਿਲਗਿਤ ਬਲਤਿਸਤਾਨ ਦੀ ਕਿਆਦਤ ਉਹ ਵੀ ਉੱਥੇ ਸ਼ਰੀਕ ਹੋਈ ਔਰ ਸਾਰਿਆਂ ਨੇ ਮੁਤਫਿਕਾ ਤੌਰ ਦੇ ਉੱਤੇ ਇਹ ਕਿਹਾ ਕਿ ਜਨਾਬ ਇਸ ਆਪਰੇਸ਼ਨ ਅਜ਼ਮ ਇਸਤਹਿਕਾਮ ਦੀ ਸਾਨੂੰ ਜ਼ਰੂਰਤ ਹੈ, ਇਹ ਸਾਡੀ ਮਈਸ਼ਤ ਵਾਸਤੇ, ਸਾਡੀ ਸਿਕਿਉਰਿਟੀ ਵਾਸਤੇ ਔਰ ਸਾਡੇ ਇਲਾਕੇ ਦੇ ਵਿੱਚ ਅਮਨ ਵਾਸਤੇ ਜ਼ਰੂਰੀ। ਅੱਛਾ, ਇੱਥੇ ਤਾਂ ਹੋ ਗਿਆ ਫੈਸਲਾ ਔਰ ਇਹਦੇ ਵਿੱਚ ਜ਼ਾਹਿਰ
ਤਹਿਰੀਕੇ ਇਨਸਾਫ ਦੇ ਲੀਡਰ ਵੀ ਨੇ ਔਰ KPK ਦੇ ਉਹ ਵਜ਼ੀਰ ਆਲਾ ਵੀ ਨੇ ਅਲੀ ਅਮੀਨ ਗੰਡਾਪੁਰ, ਉਹ ਵੀ ਉੱਥੇ ਮੌਜੂਦ ਸਨ, ਉਹਨਾਂ ਨੇ ਵੀ ਇਹਦੀ ਹਮਾਇਤ ਕੀਤੀ। ਲੇਕਿਨ ਹੋਇਆ ਇਹ ਕਿ ਬਾਹਰ ਅਸੈਂਬਲੀ ਤੋਂ ਔਰ ਇਸ ਕਮੇਟੀ ਤੋਂ ਬਾਹਰ PTI ਨੇ ਔਰ ਜਮੀਅਤ ਉਲਮਾ ਇਸਲਾਮ ਨੇ ਇਹਨਾਂ ਦੀ ਕਿਆਦਤ ਮਿਲੀ ਔਰ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਇਸ ਆਪਰੇਸ਼ਨ ਦੀ ਮੁਖਾਲਫਤ ਕਰਾਂਗੇ। ਉਹਨਾਂ ਦਾ ਇਹ ਖਿਆਲ ਹੈ ਕਿ ਇਹ ਆਪਰੇਸ਼ਨ ਅਗਰ ਇਸ ਇਲਾਕੇ 'ਚ ਹੁੰਦਾ ਹੈ ਤੇ ਮਜ਼ੀਦ ਬਦਅਮਨੀ ਵਧੇਗੀ, ਲੋਕ ਜਿਹੜੇ ਬਦਜ਼ਨ ਹੋਣਗੇ ਸਿਕਿਉਰਿਟੀ ਇਦਾਰਿਆਂ ਤੋਂ ਔਰ ਰਿਆਸਤ ਤੋਂ। ਉਹ ਸਮਝ ਰਹੇ ਨੇ ਕਿ ਰਿਆਸਤ ਸਿਰਫ ਉਹਨਾਂ ਨੂੰ ਮਾਰ ਨਾ ਜਾਣਦੀ। ਰਿਆਸਤ ਨੇ ਹਾਲੇ ਤੱਕ, ਉਹ ਲੋਕਾਂ ਦਾ ਖਿਆਲ ਹੈ ਕਿ ਰਿਆਸਤ ਨੇ ਨਾਇਨਸਾਫੀ ਖ਼ਤਮ ਕਰਨ ਵਾਸਤੇ ਕੁਝ ਨਹੀਂ ਕੀਤਾ, ਰਿਆਸਤ ਨੇ ਬਦਅਨਵਾਨੀ ਖ਼ਤਮ ਕਰਨ ਵਾਸਤੇ ਕੁਝ ਨਹੀਂ ਕੀਤਾ, ਰਿਆਸਤ ਨੇ ਜਿਹੜੇ ਇੱਥੇ ਬਾਲਾਦਸਤ ਤਬਕਾਤ ਨੇ ਉਹਨਾਂ ਦੇ ਜ਼ੁਲਮ ਨੂੰ ਖ਼ਤਮ ਕਰਨ ਵਾਸਤੇ ਕੁਝ ਨਹੀਂ ਕੀਤਾ। ਤੇ ਇਹਦੀ ਵਜ੍ਹਾ ਨਾਲ ਲੋਕਾਂ ਦੇ ਵਿੱਚ ਜਿਹੜੀ ਇੱਕ ਬੇਚੈਨੀ ਹੈਗੀ ਔਰ ਲੋਕ ਮਹਿਸੂਸ ਕਰਦੇ ਨੇ ਕਿ ਸਾਡੀਆਂ ਹਕੂਮਤਾਂ ਜਿਹੜੀਆਂ ਨੇ ਇਹ ਅਵਾਮੀ ਨੁਮਾਇੰਦਗੀ ਦਾ ਹੱਕ ਅਦਾ ਨਹੀਂ ਕਰ ਰਹੀਆਂ। ਇਹਦੀ ਵਜ੍ਹਾ ਨਾਲ ਇਹ ਜਿਹੜਾ ਸੈਂਟੀਮੈਂਟ ਹੈਗਾ ਲੋਕਾਂ ਦਾ, ਇਹਨਾਂ ਦੋਵਾਂ ਜਮਾਤਾਂ ਨੇ ਕੋਸ਼ਿਸ਼ ਕੀਤੀ ਕਿ ਉਹਦੀ ਨੁਮਾਇੰਦਗੀ ਕਰਦੇ ਹੋਏ ਇਹ ਰਿਆਸਤ ਤੱਕ ਔਰ ਰਿਆਸਤੀ ਇਦਾਰਿਆਂ ਦੇ ਨਾਲ ਤੱਕ ਇਹ ਪਹੁੰਚਾਉਣ ਗੱਲ। ਹੁਣ ਜਨਾਬ ਇਹ ਆਉਂਦਾ ਕਿ ਇਹ ਆਪਰੇਸ਼ਨ ਜਿਹੜਾ ਹੈ ਇਹਦੀ ਨੋਈਅਤ ਪਹਿਲੇ ਵਾਲੇ ਆਪਰੇਸ਼ਨਾਂ ਤੋਂ ਕਿੰਜ ਮੁਖਤਲਿਫ ਹੈ। ਮੇਰੀ ਗੱਲ ਥੋੜੀ ਜਿਹੀ ਅੱਜ ਲੰਮੀ ਹੋ ਜਾਏਗੀ, ਲੇਕਿਨ ਤੁਸੀਂ ਮੇਰੇ ਨਾਲ ਰਿਹਾ ਜੇ ਤਾਂ ਕਿ ਇਸ ਆਪਰੇਸ਼ਨ ਦੇ ਮੁਖਤਲਿਫ ਪਹਿਲੂ ਜਿਹੜੇ ਨੇ ਬੜੇ ਸੰਜੀਦਾ ਨੇ ਔਰ ਅਹਿਮ ਹੈਗੇ ਨੇ ਆਮ ਲੋਕਾਂ ਦਾ ਸਮਝਣਾ। ਇਹ ਅਗਲੇ ਦਿਨਾਂ ਦੇ ਵਿੱਚ ਇਹਦੇ ਤੇ ਜ਼ਿਆਦਾ ਗੱਲ ਹੋਵੇਗੀ ਤੇ ਅਗਰ ਤੁਸੀਂ ਇਹ ਵੀਡੀਓ ਸੁਣੀ ਹੋਏਗੀ ਤੇ ਤੁਹਾਨੂੰ ਸਮਝ ਆ ਜਾਏਗੀ ਕਿ ਮਾਮਲਾਤ ਕਿਸ ਪਾਸੇ ਟੁਰਦੇ ਪਏ ਨੇ। ਤੇ ਇਹਦੇ ਵਿੱਚ ਇਹ ਵੀ ਕਿ ਜਨਾਬ ਪਹਿਲੇ ਜਦੋਂ ਆਪਰੇਸ਼ਨ ਸਾਡੇ ਇੱਥੇ ਕੀਤੇ ਜਾਂਦੇ ਰਹੇ ਨੇ ਤੇ ਅਮਰੀਕਾ ਉਹਦਾ ਖਰਚਾ ਚੁੱਕਦਾ ਰਿਹਾ ਨੇ। ਫਿਰ ਆਪਰੇਸ਼ਨਸ ਦੇ ਦੌਰਾਨ ਜਦੋਂ ਸਿਕਿਉਰਿਟੀ ਇਦਾਰੇ, ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਕਾਰਵਾਈਆਂ ਕਰਦੇ ਨੇ ਤਾਂ ਬਹੁਤ ਸੇ ਐਸੇ ਵੀ ਹੋ ਜਾਂਦੇ ਨੇ ਵਾਕਿਆ ਜਿਨ੍ਹਾਂ ਵਿੱਚ ਕੋਈ ਨਾ ਹੱਕ ਮਾਰਿਆ ਜਾਂਦਾ ਹੈ, ਕਿਸੇ ਜਗ੍ਹਾ ਦੀ ਕੋਈ ਇਨਸਾਨੀ ਹਕੂਕ ਦੇ ਮਸਾਇਲ ਪੈਦਾ ਹੁੰਦੇ ਨੇ। ਤੇ ਅਮਰੀਕਾ ਜਿਹੜਾ ਸੀ ਉਹਨੇ ਇੱਕ ਚੂੰਕਿ ਸੁਪਰ ਪਾਵਰ ਹੈ, ਅਕਵਾਮ ਮੁਤਹਿਦਾ, ਯੂਰਪੀ ਯੂਨੀਅਨ ਵਗੈਰਾ ਵਗੈਰਾ ਸਾਰਿਆਂ ਦੇ ਉੱਤੇ ਉਹਦਾ ਅਮਲ ਦਖਲ ਔਰ ਇੱਕ ਬਾਲਾਦਸਤੀ, ਉਹਨੇ ਉਹਨਾਂ ਜਗ੍ਹਾ ਦੇ ਉੱਤੇ ਕੋਈ ਪਾਕਿਸਤਾਨ ਦੇ ਇਦਾਰਿਆਂ ਦੇ ਉੱਤੇ ਸਵਾਲ ਨਹੀਂ ਉੱਠਣ ਦਿੱਤਾ। ਹੁਣ ਖਦਸ਼ਾ ਇਹ ਪੈਦਾ ਹੁੰਦਾ ਹੈ ਕਿ ਅਗਰ ਅਸੀਂ ਇੱਥੇ ਸਰਮਾਇਆਕਾਰੀ ਦਾ ਮਾਹੌਲ ਬਿਹਤਰ ਕਰਨ ਵਾਸਤੇ ਔਰ ਆਪਣੀ ਦਾਖਲੀ ਜ਼ਰੂਰੀਅਤ ਦੇ ਤਹਿਤ ਕੋਈ ਕਾਰਵਾਈ ਕਰਾਂਗੇ ਤੇ ਚੂੰਕਿ ਇਹਦੇ ਵਿੱਚ ਅਮਰੀਕੀ ਮੁਫਾਦਾਤ ਨਹੀਂ ਹੈਗੇ ਤੇ ਫਿਰ ਹੋਵੇਗਾ ਇਹ ਕਿ ਅਮਰੀਕਾ ਆਪਣੇ ਹਾਮੀ ਮੁਲਕਾਂ ਨੂੰ, ਇਤਿਹਾਦੀ ਮੁਲਕਾਂ 'ਚੋਂ ਕਿਸੇ ਨੂੰ ਕਹਿ ਦੇਗਾ ਉਹ ਆਲਮੀ ਪਲੇਟਫਾਰਮਸ ਦੇ ਉੱਤੇ ਪਾਕਿਸਤਾਨ ਦੇ ਇਦਾਰਿਆਂ ਦੇ ਉੱਤੇ ਸਿਕਿਉਰਿਟੀ ਦੇ ਜਿਹੜੇ ਅਸੂਲ ਨੇ ਉਹਨਾਂ ਦੀ ਖਿਲਾਫ ਵਰਜ਼ੀ ਦਾ ਇਲਜ਼ਾਮ ਲਗਾਏਗਾ, ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀਆਂ ਦੇ ਇਲਜ਼ਾਮ ਲਗਾਏ ਜਾਣਗੇ ਔਰ ਹੋਰ ਇਸ ਤਰ੍ਹਾਂ ਦੀ ਜਿਹੜਾ ਪ੍ਰੋਪੇਗੈਂਡਾ ਹੁੰਦਾ ਵੇ ਇੰਟਰਨੈਸ਼ਨਲ ਜਿਹੜੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਉਹ ਕੀਤਾ ਜਾਏਗਾ ਔਰ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਇੱਕ ਇਮਕਾਨ ਇਹਦਾ ਮੌਜੂਦ ਹੈ। ਦੂਸਰਾ ਇਹਦਾ ਗੱਲ ਜਿਹੜੀ ਕਰਨ ਵਾਲੀ ਅਹਿਮ ਉਹ ਇਹ ਵੇ ਕਿ ਜਨਾਬ ਇਹਦੇ ਉੱਤੇ ਖਰਚ ਕਿੰਨਾ ਹੋਏਗਾ ਔਰ ਇਹ ਖਰਚ ਚੁੱਕੇਗਾ ਕੌਣ। ਪਾਕਿਸਤਾਨ ਦਾ ਬਜਟ ਪੇਸ਼ ਹੋਇਆ ਸਾਨੂੰ ਸਾਡੇ ਹਾਲ ਹੀ, ਤੇ ਉਹਦੇ ਵਿੱਚ ਬਜਟ ਦਾ ਜਿਹੜਾ 52% ਹਿੱਸਾ ਹੈ ਉਹ ਅਸੀਂ ਸੂਦ ਦੀ ਅਦਾਇਗੀ 'ਚ ਦੇਣਾ ਹੈ। ਸਾਡੇ ਕੋਲ ਬਜਟ ਦਾ 48% ਹਿੱਸਾ ਹੈ। 48% ਦੇ ਵਿੱਚੋਂ ਅਸੀਂ ਲੋਕਾਂ ਦੀਆਂ ਤਨਖਾਹਾਂ ਵੀ ਦੇਣੀਆਂ ਨੇ, ਤਰੱਕਿਆਤੀ ਮਨਸੂਬੇ ਵੀ ਹੈਗੇ ਨੇ ਔਰ ਬਾਕੀ ਵੀ ਚੀਜ਼ਾਂ ਸਾਰੀਆਂ ਦਿਫਾਈ ਇਦਾਰਿਆਂ ਦੀਆਂ ਵੀ ਜ਼ਰੂਰਤਾਂ ਨੇ, ਉਹ ਸਾਰਾ ਕੁਝ ਲਾ ਕੇ ਤੇ ਸਾਡੇ ਪੱਲੇ ਤਾਂ ਕੁਝ ਬਚੇਗਾ ਨਹੀਂ। ਸਾਨੂੰ ਹੋਰ ਕਰਜ਼ੇ ਲੈਣੇ ਪੈਣਗੇ ਤੇ ਕੀ ਅਸੀਂ ਫਿਰ ਕਰਜ਼ਾ ਲਵਾਂਗੇ ਇਸ ਸਿਕਿਉਰਿਟੀ ਆਪਰੇਸ਼ਨ ਵਾਸਤੇ ਔਰ ਉਹ ਕਰਜ਼ਾ ਕੌਣ ਦੇਗਾ। ਇਹ ਕੁਝ ਸਵਾਲ ਹੈਗੇ ਨੇ ਅਹਿਮ ਜਿਨ੍ਹਾਂ ਦਾ ਜਵਾਬ ਸਾਨੂੰ ਕੁਝ ਮਿਲੇਗਾ, ਕੁਝ ਸ਼ਾਇਦ ਬਹੁਤ ਅਰਸਾ ਤੱਕ ਨਾ ਮਿਲੇ ਜਵਾਬ, ਲੇਕਿਨ ਇਹ ਇੱਕ ਜਨਰਲ ਮਾਮਲਾ ਆਪਣੀ ਜਗ੍ਹਾ ਦੇ ਉੱਤੇ ਹੈਗਾ। ਫਿਰ ਇਹਦੇ ਉੱਤੇ ਇਹ ਆਏਗਾ ਕਿ ਇਹ ਜਿਹੜਾ ਆਪਰੇਸ਼ਨ ਹੈ ਇਹ ਕਿੰਨਾ ਅਰਸਾ ਜਾਰੀ ਰਹਿੰਦਾ ਹੈ, ਕੋਈ 2 ਹਫ਼ਤੇ, 10 ਹਫ਼ਤੇ, 2 ਮਹੀਨੇ, 4 ਮਹੀਨੇ, ਕਿੰਨਾ ਅਰਸਾ ਰਹੇਗਾ ਜਾਰੀ। ਇਹ ਆਪਰੇਸ਼ਨ ਜੇ ਲੰਬਾ ਅਰਸਾ ਜਾਰੀ ਰਹਿੰਦਾ ਹੈ ਤੇ ਇਹਦੇ ਨਤਾਇਜ ਕੀ ਆਉਣਗੇ, ਕਿਹੜਾ ਕਿਹੜਾ ਸ਼ੋਬਾ ਔਰ ਕਿਹੜਾ ਕਿਹੜਾ ਇਲਾਕਾ ਇਹਦੇ ਤੋਂ ਕਿਵੇਂ ਕਿਵੇਂ ਮੁਤਾਸਰ ਹੋਏਗਾ ਔਰ ਇਹਦੇ ਨਤਾਇਜ ਕਿਵੇਂ ਨਿਕਲਣਗੇ। ਮਸਲ ਅਸੀਂ ਤੈਅ ਇਹ ਸੋਚ ਕੇ ਆਪਰੇਸ਼ਨ ਕਰਨ ਆਏ ਹਾਂ ਕਿ ਜਿਹੜੇ ਦਹਿਸ਼ਤਗਰਦ ਔਰ ਇੰਤਹਾ ਪਸੰਦ ਅਨਾਸਰ ਨੇ ਉਹਨਾਂ ਦਾ ਕਲਾ ਕਮਾ ਕਰਨਾ ਹੈ। ਅੱਛਾ, ਉਹਨਾਂ ਦਾ ਹੋ ਗਿਆ ਕਲਾ ਕਮਾ, ਲੇਕਿਨ ਉਹਦੇ 'ਚ ਟਾਈਮ ਸਾਨੂੰ ਜ਼ਿਆਦਾ ਲੱਗ ਗਿਆ ਔਰ ਉਹਦੇ ਤੋਂ ਬਾਅਦ ਕੁਝ ਲੋਕਾਂ ਨੂੰ ਸ਼ਿਕਾਇਤ ਪੈਦਾ ਹੋ ਗਈਆਂ
ਕੁਝ ਮਸਾਇਲ ਸਾਡੇ 'ਤੇ ਮਾਲੀ ਆ ਗਏ, ਤੇ ਕੁਝ ਜਿਹੜੇ ਹੋ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਵਾਸਤੇ ਜਿਹੜੀਆਂ ਕੁਵੱਤਾਂ ਵਾਸਤੇ ਅਸੀਂ ਇਹ ਆਪਰੇਸ਼ਨ ਕਰਨਾ ਚਾਹ ਰਹੇ ਹਾਂ, ਕੁਝ ਕਿਸੇ ਸਤ੍ਹਾ ਦੇ ਉੱਤੇ ਉਹ ਤਸੱਲੀ ਨਾ ਹੋਵੇ ਉਹਨਾਂ ਨੂੰ। ਇਹ ਕਿੱਥੇ-ਕਿੱਥੇ ਇਮਕਾਨਾਤ ਐਸੇ ਮੌਜੂਦ ਨੇ, ਇਹ ਇਹਦਾ ਹਿਸਾਬ ਤਾਂ ਜ਼ਾਹਿਰ ਹੈ ਜਿਹੜੇ ਆਪਰੇਸ਼ਨ ਦੀ ਤਿਆਰੀ ਕਰਨ ਵਾਲੇ ਲੋਕ ਹੈਗੇ ਨੇ ਉਹਨਾਂ ਨੇ ਹਿਸਾਬ ਜ਼ਰੂਰ ਲਗਾਇਆ ਹੋਏਗਾ। ਲੇਕਿਨ ਅਵਾਮੀ ਜਾਣਕਾਰੀ ਵਾਸਤੇ ਮੈਂ ਇਹ ਸਵਾਲ ਰੱਖ ਰਿਹਾ ਵਾਂ ਕਿ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਹਮਣੇ ਆ ਸਕਦੀਆਂ ਨੇ, ਤੇ ਇਹ ਸਾਰੇ ਮਸਾਇਲ ਆਪਣੀ ਜਗ੍ਹਾ ਤੇ। ਲੇਕਿਨ ਜਿਹੜੀ ਯਾਦ ਰੱਖਣ ਵਾਲੀ ਗੱਲ ਹੈ ਕਿ ਪਾਕਿਸਤਾਨ ਇੱਕ ਮੁਸ਼ਕਿਲ ਟਾਈਮ 'ਚੋਂ ਗੁਜ਼ਰ ਰਿਹਾ ਹੈ, ਔਰ ਇਸ ਮੁਸ਼ਕਿਲ ਟਾਈਮ ਦੇ ਵਿੱਚ ਸਾਡੇ ਇਦਾਰੇ ਨੇ ਜੋ ਕਿਰਦਾਰ ਅਦਾ ਕਰਨਾ ਹੈ ਉਹ ਬਾਅਦ ਔਕਾਤ ਕਈ ਚੀਜ਼ਾਂ ਦੱਸ ਸਕਦੇ ਨੇ, ਕਈ ਨਹੀਂ ਦੱਸ ਸਕਦੇ। ਅਸੀਂ ਸਿਆਸੀ ਅਮੂਰ ਦੇ ਵਿੱਚ ਮਾਮਲਾਤ ਹੋਵੇ ਤੇ ਕਹਿੰਦੇ ਹਾਂ ਕਿ ਇਹ ਇਦਾਰੇ ਮੁਦਾਖਲਤ ਨਾ ਕਰਨ, ਔਰ ਇਹ ਸ਼ਾਇਦ ਸਾਡਾ ਕਹਿਣਾ ਠੀਕ ਹੈ ਕਿ ਆਇਨ ਦੀ ਬਾਲਾਦਸਤੀ ਰਹੇ। ਲੇਕਿਨ ਜਿੱਥੇ ਰਿਆਸਤ ਦੀ ਸਲਾਮਤੀ ਦਾ ਮਸਲਾ ਹੋਵੇ, ਸਾਡੇ ਰਿਆਸਤ ਦੇ ਮਜਮੂਈ ਮੁਫਾਦ ਦਾ ਮਾਮਲਾ ਹੋਵੇ, ਉੱਥੇ ਚੀਜ਼ਾਂ ਨੂੰ ਕੁਝ ਹੋਰ ਤਰੀਕੇ ਨਾਲ ਦੇਖਣਾ ਚਾਹੀਦਾ ਹੈ। ਔਰ ਇਹ ਜਿਹੜੇ ਸਿਕਿਉਰਿਟੀ ਆਪਰੇਸ਼ਨ ਹੈ, ਮੇਰਾ ਖਿਆਲ ਹੈ ਪਾਕਿਸਤਾਨ ਜਿਹੜੇ ਹਾਲਾਤ ਦਾ ਸ਼ਿਕਾਰ ਹੈ, ਖੁਸ਼ਦਿਲੀ ਦੇ ਨਾਲ ਸ਼ਾਇਦ ਇਹ ਫੈਸਲਾ ਨਹੀਂ ਹੋਇਆ, ਲੇਕਿਨ ਬਹਰਹਾਲ ਇਹ ਪਾਕਿਸਤਾਨ ਦੀ ਜ਼ਰੂਰਤ ਹੈ। ਤੇ ਉਮੀਦ ਕਰਾਂਗਾ ਤੁਸੀਂ ਜੁੜੇ ਰਹੋਗੇ, ਔਰ ਅਗਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਅਸੀਂ ਇਹਨਾਂ ਮਾਮਲਾਤ ਦੇ ਉੱਤੇ ਗੱਲ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਹੋਰ ਮਾਹਿਰੀਨ ਦੇ ਨਾਲ ਵੀ ਅਸੀਂ ਕੁਝ ਗੱਲਾਂ ਕਰੀਏ, ਉਹਨਾਂ ਦਾ ਤਜਜ਼ੀਆ ਵੀ ਲਈਏ। ਤੇ ਜੀਂਦੇ ਰਹੋ ਜਨਾਬ, ਵਸਦੇ ਰਹੋ।